Very good afternoon, all. Topic for today's lecture is note taking. For today's class, we will discuss what is note taking, importance of note taking, techniques of note taking, and note taking strategies. That what strategies we can use to take notes. So, what first question is, what is note taking? Note taking is practice of writing piece of information in an informal or unstructured manner. The practice of writing down or otherwise recording key points of information. ਨੋਟ ਟੇਕਿੰਗ ਕੀ ਹੈ ਕਿ ਜਦ ਵੀ ਅਸੀਂ ਕਿਸੇ ਚੀਜ਼ ਨੂੰ ਸੁਣ ਕੇ ਜਦ ਉਹਨੂੰ ਰਾਈਟ ਡਾਊਨ ਕਰ ਰਹੇ ਹਾਂ ਇਨਫੋਰਮਲ ਮੈਨਰ 'ਚ ਅਸੀਂ ਉਹਨੂੰ ਨੋਟ ਡਾਊਨ ਕਰ ਰਹੇ ਹਾਂ ਉਹਦੇ ਕੀ ਪੁਆਇੰਟਸ ਨੂੰ ਜੋਟ ਡਾਊਨ ਕਰ ਰਹੇ ਹਾਂ ਤਾਂ ਕਿ ਜਦ ਅਸੀਂ ਆਪਣੇ ਨੋਟਸ ਨੂੰ ਦੇਖੀਏ ਤੇ ਅਸੀਂ ਅੰਡਰਸਟੈਂਡ ਕਰ ਸਕੀਏ ਕਿ ਅਸੀਂ ਕੀ ਕੁਝ ਲਿਖਿਆ ਆ ਨੋਟ ਟੇਕਿੰਗ 'ਚ ਅਸੀਂ ਕੀ ਕਰਦੇ ਹਾਂ ਜੋ ਵੀ ਪੀਸ ਆਫ ਇਨਫੋਰਮੇਸ਼ਨ ਹੈ ਉਸ ਇਨਫੋਰਮੇਸ਼ਨ ਨੂੰ ਜੋ ਵੀ ਸਾਨੂੰ ਅਸੀਂ ਲੈਕਚਰ ਸੁਣ ਰਹੇ ਹੈਗੇ ਆ ਉਸ ਲੈਕਚਰ ਨੂੰ ਅਸੀਂ ਆਪਣੇ ਵਰਡਸ 'ਚ ਰਿਕਾਰਡ ਕਰਦੇ ਹਾਂ in shorter form ਠੀਕ ਹੈ short manner 'ਚ ਅਸੀਂ ਲਿਖਦੇ ਹਾਂ ਕਿਉਂਕਿ ਨੋਟ ਟੇਕਿੰਗ 'ਚ ਕੀ ਇਨਵੋਲਵ ਹੈ ਐਕਟਿਵ ਲਿਸਨਿੰਗ ਇਨਵੋਲਵ ਹੈ ਕਿ ਸਪੀਕਰ ਜੋ ਵੀ ਬੋਲ ਰਿਹਾ ਆ ਠੀਕ ਹੈ ਉਸ ਚੀਜ਼ ਨੂੰ ਅਸੀਂ ਧਿਆਨ ਨਾਲ ਸੁਣਨਾ ਆ ਇਨਫੋਰਮੇਸ਼ਨ ਨੂੰ ਆਪਸ 'ਚ ਕਨੈਕਟ ਕਰਨਾ ਆ ਤੇ ਜੋ ਆਈਡੀਆ ਸਾਡੇ ਕੋਲ ਆਲਰੇਡੀ ਹੈਗੇ ਨੇ ਉਹਨਾਂ ਨੂੰ ਰਿਲੇਟ ਕਰਕੇ ਅਸੀਂ ਕੀ ਕਰਨਾ ਹੈ ਨੋਟ ਡਾਊਨ ਕਰਨਾ ਹੈ ਠੀਕ ਹੈ ਜਦ ਅਸੀਂ ਨੋਟ ਟੇਕਿੰਗ ਕਰ ਰਹੇ ਹਾਂ ਨੋਟ ਟੇਕਿੰਗ ਕਰਨ ਦੇ ਟਾਈਮ ਤੇ ਇਹ ਜ਼ਰੂਰੀ ਨਹੀਂ ਹੈ ਕਿ ਅਸੀਂ ਸਾਰਾ ਕੁਝ ਸਪੀਕਰ ਦੇ ਵਰਡਸ 'ਚ ਲਿਖੀਏ ਠੀਕ ਹੈ ਕਿਉਂਕਿ ਅਸੀਂ ਸਪੀਕਰ ਨੂੰ ਲਿਸਨ ਕਰ ਰਹੇ ਹਾਂ ਤੇ ਨੋਟ ਟੇਕਿੰਗ ਕਰਨ ਦੇ ਟਾਈਮ ਤੇ ਜੋ ਸਪੀਕਰ ਬੋਲ ਰਿਹਾ ਆ ਜੋ ਵੀ ਇਨਫੋਰਮੇਸ਼ਨ ਸਾਨੂੰ ਟ੍ਰਾਂਸਮਿਟ ਕਰ ਰਿਹਾ ਆ ਉਹਨੂੰ ਅਸੀਂ ਆਪਣੇ ਵਰਡਸ 'ਚ ਲਿਖਣਾ ਆ ਤਾਂ ਕਿ ਅਸੀਂ ਬਾਅਦ 'ਚ ਉਹਨੂੰ ਅੰਡਰਸਟੈਂਡ ਕਰ ਸਕੀਏ ਸੈਕੰਡ ਥਿੰਗ ਇਜ਼ ਜਦ ਵੀ ਅਸੀਂ ਨੋਟ ਟੇਕਿੰਗ ਕਰ ਰਹੇ ਹਾਂ ਅਸੀਂ ਕੀ ਕਰਨਾ ਹੁੰਦਾ ਹੈ ਆਪਣੇ ਨੋਟਸ ਨੂੰ ਸ਼ਾਰਟ 'ਚ ਲਿਖਣਾ ਹੁੰਦਾ ਹੈ ठीक है जैसे जिधर मैं कह रही हूँ मैं पूरी लाइन पढ़ी है नोट टेकिंग इज प्रैक्टिस ऑफ राइटिंग पीस ऑफ इन्फॉर्मेशन ਤੁਸੀਂ ਲਿਖ ਸਕਦੇ ਹੋ ਰਾਈਟਿੰਗ ਇਨਫੋਰਮੇਸ਼ਨ ਮੈਂ ਕਿਹਾ ਹੈ ਉਸ ਤੋਂ ਬਾਅਦ ਕਿਹਾ ਹੈ ਇਨ ਐਨ ਇਨਫੋਰਮਲ ਔਰ ਅਨਸਟਰਕਚਰਡ ਮੈਨਰ ਤੁਸੀਂ ਅਗਲਾ ਪੁਆਇੰਟ ਬਣਾ ਸਕਦੇ ਹੋ ਰਾਈਟਿੰਗ ਇਨਫੋਰਮਲੀ ਮਤਲਬ ਜੋ ਵੀ ਇਨਫੋਰਮੇਸ਼ਨ ਤੁਹਾਨੂੰ ਮਿਲ ਰਹੀ ਹੈ ਉਸ ਇਨਫੋਰਮੇਸ਼ਨ ਨੂੰ ਤੁਸੀਂ ਆਪਣੇ ਵਰਡਸ 'ਚ ਲਿਖਣਾ ਆ ਤਾਂ ਕਿ ਤੁਸੀਂ ਉਹਨੂੰ ਬਾਅਦ 'ਚ ਅੰਡਰਸਟੈਂਡ ਕਰ ਸਕੋ ਜਿਹੜੀ ਨੋਟ ਟੇਕਿੰਗ ਸਕਿੱਲ ਹੈਗੇ ਹੈ ਨੋਟ ਟੇਕਿੰਗ ਸਕਿੱਲ ਸਟੂਡੈਂਟਸ ਲਈ ਬਹੁਤ ਇੰਪੋਰਟੈਂਟ ਹੈ ਸਪੈਸ਼ਲੀ ਜਿਹੜੇ ਸਟੂਡੈਂਟਸ ਕਾਲਜ 'ਚ ਪੜ੍ਹ ਰਹੇ ਹੈਗੇ ਹੈ ਬਿਕੋਜ਼ ਜਦ ਟੀਚਰ ਪੜ੍ਹਾ ਰਿਹਾ ਲੈਕਚਰਰ ਲੈਕਚਰ ਦੇ ਰਿਹਾ ਆ ਤੇ ਸਟੂਡੈਂਟਸ ਕੀ ਕਰ ਸਕਦੇ ਆ ਆਪਣੀ ਇਨਫੋਰਮੇਸ਼ਨ ਨੂੰ ਅਨਸਟਰਕਚਰਡ ਵੇ 'ਚ ਅਨਸਟਰਕਚਰਡ ਮੈਨਰ 'ਚ ਨੋਟ ਡਾਊਨ ਕਰ ਸਕਦੇ ਹੈ ਤੇ ਜਦ ਉਹ ਸੇਮ ਟੌਪਿਕ ਨੂੰ ਬੁੱਕ ਤੋਂ ਪੜ੍ਹਨਗੇ ਤੇ ਆਪਣੇ ਨੋਟਸ ਨੂੰ ਕੋਲ ਰੱਖ ਕੇ ਜਦ ਉਹ ਪੜ੍ਹਨਗੇ ਤਾਂ ਉਹਨਾਂ ਨੂੰ ਜ਼ਿਆਦਾ ਬਿਹਤਰ ਤਰੀਕੇ ਨਾਲ ਸਮਝ ਆਏਗੀ ਜਿਹੜਾ ਬਹੁਤ ਸਪੈਸਿਫਿਕ ਟਾਈਪ ਆਫ ਨੋਟ ਟੇਕਿੰਗ ਹੈਗੀ ਹੈ ਉਹਦੇ 'ਚ ਬੇਸਿਕਲੀ ਕੀ ਹੁੰਦਾ ਹੈ ਬਹੁਤ ਜ਼ਿਆਦਾ ਲਾਰਜ ਅਮਾਉਂਟ ਆਫ ਇਨਫੋਰਮੇਸ਼ਨ ਹੁੰਦੀ ਹੈ ਤੇ ਪਰ ਅਸੀਂ ਆਪਣੀ ਲਾਰਜ ਅਮਾਉਂਟ ਆਫ ਇਨਫੋਰਮੇਸ਼ਨ ਨੂੰ ਅਸੀਂ ਕੁਇਕਲੀ ਗੈਦਰ ਕਰਨਾ ਆ ਮਤਲਬ ਜੋ ਵੀ ਸਪੀਕਰ ਬੋਲ ਰਿਹਾ ਆ ਉਹਨੂੰ ਲਿਸਨ ਕਰਨਾ ਆ ਉਹਨੂੰ ਸੁਣਨਾ ਆ ਪਹਿਲਾਂ ਧਿਆਨ ਨਾਲ ਫਿਰ ਜੋ ਵੀ ਆਲਰੇਡੀ ਐਗਜ਼ਿਸਟਿੰਗ ਆਈਡੀਆ ਸਾਡੇ ਦਿਮਾਗ 'ਚ ਹੈਗੇ ਜੋ ਸਾਡੇ ਕੋਲ ਨੌਲੇਜ ਹੈਗੀ ਹੈ ਇਨਫੋਰਮੇਸ਼ਨ ਸਟੋਰਡ ਹੈ ਸਾਡੇ ਮਾਈਂਡ 'ਚ ਉਹਦੇ ਨਾਲ ਕਨੈਕਟ ਕਰਕੇ ਰਿਲੇਟ ਕਰਕੇ ਅਸੀਂ ਕੁਇਕਲੀ ਇਨਫੋਰਮੇਸ਼ਨ ਨੂੰ ਪੇਪਰ ਤੇ ਨੋਟ ਡਾਊਨ ਕਰਨਾ ਹੈ ਹੁਣ ਅੱਜ ਕੱਲ੍ਹ ਦੇ ਟਾਈਮ ਤੇ ਕਿ ਬਹੁਤ ਸਾਰੇ ਸੌਫਟਵੇਅਰਸ ਆ ਗਏ ਹੈ ਸਾਡੇ ਕੋਲ ਪਰਸਨਲ ਡਿਜੀਟਲ ਅਸਿਸਟੈਂਟਸ ਆ ਗਈ ਹੈ ਨੋਟ ਟੇਕਿੰਗ ਡਿਵਾਈਸਿਸ ਆ ਗਏ ਹੈ ਸਾਡੇ ਕੋਲ ਡਿਫਰੈਂਟ ਸੌਫਟਵੇਅਰਸ ਹੁੰਦੇ ਆ ਜਿਨ੍ਹਾਂ ਨਾਲ ਅਸੀਂ ਕੀ ਕਰ ਸਕਦੇ ਹਾਂ ਨੋਟ ਟੇਕਿੰਗ ਕਰ ਸਕਦੇ ਹਾਂ ਤੇ ਇਹ ਸੌਫਟਵੇਅਰਸ ਜਿਹੜੇ ਹੈਗੇ ਆ ਨੋਟ ਟੇਕਿੰਗ ਕਰਨ 'ਚ ਸਾਡੀ ਹੈਲਪ ਕਰਦੇ ਆ ਜੇ ਤੁਸੀਂ ਆਪਣੀ ਮੋਬਾਈਲ ਦੀ ਗੱਲ ਕਰੋ ਤੇ ਤੁਹਾਡੇ ਮੋਬਾਈਲ 'ਚ ਵੀ ਇੱਕ ਐਪ ਸੌਫਟਵੇਅਰ ਹੁੰਦਾ ਹੈ ਜਾਂ ਐਪ ਹੁੰਦੀ ਹੈ ਨੋਟਸ ਦੀ ਤਾਂ ਕਿ ਤੁਸੀਂ ਕੀ ਕਰ ਸਕਦੇ ਹੋ ਜੋ ਵੀ ਤੁਸੀਂ ਸੁਣ ਰਹੇ ਹੋ ਪੜ੍ਹ ਰਹੇ ਹੋ ਜੇ ਤੁਹਾਨੂੰ ਕੋਈ ਉਹਦੇ ਤੋਂ ਵਧੀਆ ਇਨਫੋਰਮੇਸ਼ਨ ਲੱਗਦੀ ਹੈ ਤੁਹਾਨੂੰ ਕੋਈ ਨੌਲੇਜ ਗੇਨ ਹੋ ਰਹੀ ਹੈ ਤੁਸੀਂ ਉਹਨੂੰ ਕਿੱਥੇ ਨੋਟ ਡਾਊਨ ਕਰ ਸਕਦੇ ਹੋ ਆਪਣੇ ਨੋਟਸ 'ਚ ਨੋਟ ਡਾਊਨ ਕਰ ਸਕਦੇ ਹੋ ਜਿਹੜੀ ਮੈਨੂਅਲ ਕਹਿ ਲਓ ਕਿ ਜਾਂ ਟ੍ਰੈਡੀਸ਼ਨਲ ਅਪਰੋਚ ਆਫ ਨੋਟ ਟੇਕਿੰਗ ਹੈ ਉਹਦੇ 'ਚ ਅਸੀਂ ਕੀ ਕਰਦੇ ਹਾਂ ਉਹਦੇ 'ਚ ਅਸੀਂ ਕਾਪੀ ਪੈਨ ਯੂਜ਼ ਕਰਦੇ ਹਾਂ ਤੇ ਵਿਦ ਦ ਹੈਲਪ ਆਫ ਕਾਪੀ ਐਂਡ ਪੈਨ ਅਸੀਂ ਲੈਕਚਰ ਨੂੰ ਲਿਸਨ ਕਰਦੇ ਹਾਂ ਤੇ ਆਫਟਰ ਲਿਸਨਿੰਗ ਅਸੀਂ ਆਪਣੇ ਨੋਟਸ ਬਣਾਉਂਦੇ ਹਾਂ ਹੁਣ ਨੋਟ ਟੇਕਿੰਗ ਦੀ ਇੰਪੋਰਟੈਂਸ ਕੀ ਹੈ ਜਿਹੜੀ ਸਭ ਤੋਂ ਇੰਪੋਰਟੈਂਟ ਪੁਆਇੰਟ ਹੈ ਫॉर ਨੋਟ ਟੇਕਿੰਗ ਜਦ ਤੁਸੀਂ ਨੋਟਸ ਲਿਖ ਰਹੇ ਹੋ ਉਹਦੇ ਲਈ ਤੁਹਾਨੂੰ ਜਿਹੜਾ ਸਪੀਕਰ ਹੈ ਉਹਨੂੰ ਧਿਆਨ ਨਾਲ ਸੁਣਨਾ ਪਊਗਾ
ਤੇ ਜਦ ਤੁਸੀਂ ਸਪੀਕਰ ਨੂੰ ਧਿਆਨ ਨਾਲ ਸੁਣ ਰਹੇ ਹੋ that means ਜੇ ਤੁਸੀਂ ਨੋਟਸ ਲੈਂਦੇ ਹੋ you are taking notes it extend your attention also ਇਹਦੇ ਨਾਲ ਜਿਹੜੀ ਤੁਹਾਡੀ attention ਹੈ towards the speaker ਉਹਦੇ 'ਚ ਵੀ ਵਾਧਾ ਹੁੰਦਾ ਆ because ਤੁਸੀਂ notes ਲੈਣ ਲਈ ਤੁਹਾਨੂੰ ਕੀ ਕਰਨਾ ਪੈਂਦਾ ਆ speaker ਨੂੰ ਧਿਆਨ ਨਾਲ ਸੁਣਨਾ ਪੈਂਦਾ ਆ ਤੇ ਤੁਸੀਂ active listening 'ਚ ਇਨਵੋਲਵ ਹੁੰਦੇ ਹੋ ਜੇ ਤੁਸੀਂ ਬੁੱਕ ਰੀਡਿੰਗ ਕਰਕੇ ਨੋਟਸ ਬਣਾ ਰਹੇ ਹੋ ਤੇ ਤੁਸੀਂ ਐਕਟਿਵ ਰੀਡਿੰਗ 'ਚ ਇਨਵੋਲਵ ਹੁੰਦੇ ਹੋ ਠੀਕ ਹੈ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਆਪਣੇ ਦਿਮਾਗ ਨੂੰ ਯੂਜ਼ ਕਰਦੇ ਹੋ ਸੋਚਣ ਲਈ ਠੀਕ ਹੈ ਤੇ ਇਹਦੇ ਨਾਲ ਕੀ ਹੁੰਦਾ ਆ ਤੁਹਾਡਾ ਦਿਮਾਗ ਜ਼ਿਆਦਾ ਵਧੀਆ ਤਰੀਕੇ ਨਾਲ ਫੋਕਸ ਰਹਿੰਦਾ ਆ ਜੋ ਵੀ ਤੁਸੀਂ ਟੌਪਿਕ ਪੜ੍ਹ ਰਹੇ ਹੋ ਤੇ ਦਿਮਾਗ ਫੋਕਸ ਹੋਣ ਦੇ ਨਾਲ ਨਾਲ ਜੋ ਵੀ ਤੁਸੀਂ ਚੀਜ਼ ਪੜ੍ਹ ਰਹੇ ਹੋ ਰੀਡ ਕਰ ਰਹੇ ਹੋ ਜਾਂ ਫਿਰ ਜੇ ਤੁਸੀਂ ਕੋਈ ਲੈਕਚਰ ਸੁਣ ਰਹੇ ਹੋ ਲਿਸਨਿੰਗ ਕਰ ਰਹੇ ਹੋ ਉਹਦੇ 'ਚ ਤੁਸੀਂ ਐਕਟਿਵਲੀ ਇਨਵੋਲਵ ਹੁੰਦੇ ਹੋ note taking will help you to remember what you have heard or read learn more effectively when we use multiple sense and multiple activities ਦੇਖੋ ਹੁਣ ਜਦ ਤੁਸੀਂ ਨੋਟਸ ਬਣਾ ਰਹੇ ਹੋ ਨਾਲ ਦੇ ਨਾਲ ਤੇ ਉਹਦੇ 'ਚ ਮਲਟੀਪਲ ਐਕਟੀਵਿਟੀਜ਼ ਇਨਵੋਲਵ ਨੇ ਤੁਸੀਂ ਕੀ ਕਰ ਰਹੇ ਹੋ ਹੀਅਰਿੰਗ ਕਰ ਰਹੇ ਹੋ ਮਤਲਬ ਸੁਣ ਰਹੇ ਹੋ ਲੈਕਚਰ ਨੂੰ ਉਸ ਤੋਂ ਬਾਅਦ ਜੇ ਤੁਸੀਂ ਬੁੱਕ ਪੜ੍ਹ ਰਹੇ ਹੋ ਤੇ ਤੁਸੀਂ ਬੁੱਕ ਰੀਡ ਕਰ ਰਹੇ ਹੋ that means you are involved in multiple activities ਉਸ ਤੋਂ ਬਾਅਦ ਜਦ ਤੁਸੀਂ ਨੋਟਸ ਬਣਾ ਰਹੇ ਹੋ ਤੁਸੀਂ ਰਾਈਟਿੰਗ ਵੀ ਕਰ ਰਹੇ ਹੋ that means you are either performing hearing or reading and you are writing also and if you are performing multiple activities that means multiple senses are involved eyes are involved to see ears are involved to listen and hands are involved to write ਜਦ ਅਸੀਂ ਮਲਟੀਪਲ ਸੈਂਸਸ ਨੂੰ ਯੂਜ਼ ਕਰਦੇ ਹਾਂ ਤੇ ਮਲਟੀਪਲ ਐਕਟੀਵਿਟੀਜ਼ 'ਚ ਇਨਵੋਲਵ ਹੁੰਦੇ ਹਾਂ ਤੇ ਅਸੀਂ ਜ਼ਿਆਦਾ ਵਧੀਆ ਤਰੀਕੇ ਨਾਲ ਪਰਫਾਰਮ ਕਰਦੇ ਹਾਂ ਅਸੀਂ effectively and efficiently involved ਹੁੰਦੇ ਹਾਂ ਤੇ ਇਹਦਾ ਫਾਇਦਾ ਕੀ ਹੁੰਦਾ ਹੈ ਜਿਹੜੇ ਸਾਡੇ brain and muscle ਹੈ we are using brain we are using muscles for performing listening operation or reading operation and writing operation ਤੇ ਇਹਦੇ ਨਾਲ ਸਾਨੂੰ ਵਧੀਆ ਬਿਹਤਰ ਤਰੀਕੇ ਨਾਲ ਸਮਝ ਆਉਂਦੀ ਹੈ ਜੋ ਵੀ ਚੀਜ਼ ਅਸੀਂ ਪੜ੍ਹ ਰਹੇ ਹਾਂ ਜਾਂ ਜੋ ਵੀ ਟੌਪਿਕ ਅਸੀਂ ਸੁਣ ਰਹੇ ਹਾਂ Taking notes improve your understanding by making you convert difficult ideas into your own words. ਹੁਣ ਮੈਂ ਕੀ ਕਿਹਾ ਹੈ ਕਿ ਜਦ ਅਸੀਂ ਨੋਟ ਟੇਕਿੰਗ ਕਰ ਰਹੇ ਹਾਂ ਨਾ ਨੋਟ ਟੇਕਿੰਗ 'ਚ ਬੇਸਿਕਲੀ ਅਸੀਂ ਕੀ ਕਰਦੇ ਹਾਂ ਜੋ ਚੀਜ਼ ਅਸੀਂ ਪੜ੍ਹ ਰਹੇ ਜਾਂ ਸੁਣ ਰਹੇ ਹੁੰਦੇ ਹਾਂ ਉਹਨੂੰ ਹਮੇਸ਼ਾ ਆਪਣੇ ਵਰਡ 'ਚ ਲਿਖਦੇ ਹਾਂ ਤੇ ਜਦ ਤੁਸੀਂ ਉਹਨੂੰ ਆਪਣੇ ਵਰਡਸ 'ਚ ਲਿਖੋਗੇ ਤੇ ਜਦ ਉਹਨੂੰ ਰੀਵਿਜ਼ਿਟ ਕਰੋਗੇ ਦੁਬਾਰਾ ਪੜ੍ਹੋਗੇ ਤੇ ਤੁਹਾਨੂੰ ਵਧੀਆ ਤਰੀਕੇ ਨਾਲ ਸਮਝ ਆਊਗਾ ਬਿਕੋਜ਼ ਤੁਸੀਂ ਡਿਫਿਕਲਟ ਵਰਡਸ ਨਹੀਂ ਲਿਖੇ ਠੀਕ ਹੈ ਡਿਫਿਕਲਟ ਵਰਡਸ ਲਿਖਣ ਦਾ ਕੀ ਮਤਲਬ ਹੋ ਜਾਏਗਾ ਕਿ ਜੋ ਸਪੀਕਰ ਨੇ ਬੋਲਿਆ ਉਹੀ ਵਰਡਸ ਲਿਖੀ ਜਾਓਗੇ ਤੇ ਤੁਸੀਂ ਬਾਅਦ 'ਚ ਸੋਚੋਗੇ ਕਿ ਇਹ ਜਿਹੜਾ ਵਰਡ ਮੈਂ ਲਿਖਿਆ ਆ ਇਹਦਾ ਕੀ ਮਤਲਬ ਸੀਗਾ you have to visit dictionary or you have to visit Google for searching the meaning of the word ਇਸੇ ਲਈ ਬਿਹਤਰ ਹੁੰਦਾ ਆ ਕਿ ਨੋਟਸ ਨੂੰ ਅਸੀਂ ਆਪਣੇ ਵਰਡਸ 'ਚ ਲਿਖੀਏ ਈਜ਼ੀ ਸਿੰਪਲ ਲੈਂਗੁਏਜ 'ਚ ਲਿਖੀਏ ਤਾਂ ਕਿ ਜਦ ਅਸੀਂ ਆਪਣੇ ਨੋਟਸ ਨੂੰ ਰੀਵਿਜ਼ਿਟ ਕਰ ਰਹੇ ਹੈਗੇ ਆ ਰਿਵਿਊ ਕਰ ਰਹੇ ਆ ਤਾਂ ਸਾਨੂੰ ਟੌਪਿਕ ਜ਼ਿਆਦਾ ਬਿਹਤਰ ਤਰੀਕੇ ਨਾਲ ਸਮਝ ਆਵੇ ਨੋਟ ਟੇਕਿੰਗ ਮੇਕਸ ਯੂ ਐਨ ਐਕਟਿਵ ਲਰਨਰ ਦੇਖੋ ਹੁਣ ਤੁਸੀਂ ਕੀ ਕਰ ਰਹੇ ਹੋ ਆਪਣੇ ਸੈਂਸਸ ਨੂੰ ਯੂਜ਼ ਕਰ ਰਹੇ ਹੋ hearing operation 'ਚ ਇਨਵੋਲਵ ਜਿੱਦਾਂ ਮੈਂ ਤੁਹਾਨੂੰ ਟੀਚ ਕਰ ਰਹੀ ਹਾਂ ਤੇ ਤੁਸੀਂ ਕੀ ਕਰ ਰਹੇ ਹੋ ਲਿਸਨਿੰਗ ਕਰ ਰਹੇ ਹੋ ਠੀਕ ਹੈ ਤੇ ਮੇਰੇ ਲੈਕਚਰ ਨੂੰ ਧਿਆਨ ਨਾਲ ਸਮਝਣ ਲਈ ਤੁਹਾਨੂੰ ਕੀ ਕਰਨਾ ਪੈਣਾ ਹੈ ਐਕਟਿਵ ਲਿਸਨਿੰਗ ਕਰਨੀ ਪੈਣੀ ਹੈ ਧਿਆਨ ਨਾਲ ਸੁਣਨਾ ਪੈਣਾ ਆ ਮੇਰੇ ਇੱਕ ਇੱਕ ਵਰਡ ਨੂੰ ਤਾਂ ਕਿ ਤੁਹਾਨੂੰ ਲੈਕਚਰ ਚੰਗੀ ਤਰ੍ਹਾਂ ਸਮਝ ਆਵੇ ਠੀਕ ਹੈ ਇਸੇ ਲਈ ਜਿਹੜੀ ਨੋਟ ਟੇਕਿੰਗ ਹੈ ਉਹ ਤੁਹਾਨੂੰ ਕੀ ਬਣਾਉਂਦੀ ਹੈ ਇੱਕ ਐਕਟਿਵ ਲਰਨਰ ਬਣਾਉਂਦੀ ਹੈ ਭਾਵੇਂ ਤੁਸੀਂ ਲਿਸਨਿੰਗ ਕਰ ਰਹੇ ਹੋ ਕਿਸੇ ਲੈਕਚਰ ਨੂੰ ਸੁਣ ਰਹੇ ਹੋ ਜਾਂ ਫਿਰ ਆਪਣੀ ਬੁੱਕ ਨੂੰ ਰੀਡ ਕਰ ਰਹੇ ਹੋ Note taking helps you to organize the ideas you are learning about. ਹੁਣ ਨੋਟ ਟੇਕਿੰਗ ਕੀ ਕਰਦੀ ਹੈ ਜੋ ਵੀ ਤੁਸੀਂ ਟੌਪਿਕਸ ਪੜ੍ਹ ਰਹੇ ਹੋ ਜੇ ਤੁਸੀਂ ਵਧੀਆ ਨੋਟਸ ਬਣਾਏ ਹੋਏ ਹੈ ਤੇ ਜਦ ਤੁਸੀਂ ਉਹ ਨੋਟਸ ਨੂੰ ਰਿਵਿਊ ਕਰਦੇ ਹੋ ਤੇ ਜਿੰਨੀ ਵੀ ਇਨਫੋਰਮੇਸ਼ਨ ਤੁਸੀਂ ਕਲੈਕਟ ਕੀਤੀ ਹੈ ਅਬਾਊਟ ਦ ਟੌਪਿਕ ਉਹ ਤੁਹਾਨੂੰ ਈਜ਼ਲੀ ਸਮਝ ਆ ਜਾਂਦੀ ਹੈ ਠੀਕ ਹੈ ਬਿਕੋਜ਼ ਉਹ ਇਨਫੋਰਮੇਸ਼ਨ ਕਲੀਅਰ ਹੁੰਦੀ ਹੈ ਵੈਲ ਰੈਫਰੈਂਸ ਹੁੰਦੀ ਹੈ ਤੇ ਤੁਸੀਂ ਉਹ ਨੋਟਸ ਨੂੰ ਆਪਣੇ ਐਗਜ਼ਾਮੀਨੇਸ਼ਨ ਪਰਪਸ ਲਈ ਵੀ ਯੂਜ਼ ਕਰ ਸਕਦੇ ਹੋ ਜਾਂ ਫਿਰ ਜੇ ਤੁਸੀਂ ਸੇਮ ਟੌਪਿਕ ਤੇ ਕੋਈ ਅਸਾਈਨਮੈਂਟ ਬਣਾ ਰਹੇ ਹੋ ਤੇ ਉਸ ਅਸਾਈਨਮੈਂਟ 'ਚ ਵੀ ਉਹ ਨੋਟਸ ਨੂੰ ਯੂਜ਼ ਕੀਤਾ ਜਾ ਸਕਦਾ ਆ ਬਿਕੋਜ਼ ਉਹ ਜਿਹੜੇ ਨੋਟਸ ਨੇ ਉਹਦੇ 'ਚ ਇਨਫੋਰਮੇਸ਼ਨ ਕਲੀਅਰ ਹੈ ਵੈਲ ਰੈਫਰੈਂਸਡ ਹੈ ਜੋ ਵੀ ਇਨਫੋਰਮੇਸ਼ਨ ਤੁਸੀਂ ਲਿਸਨਿੰਗ ਕਰਕੇ ਜਾਂ ਫਿਰ ਰੀਡਿੰਗ ਕਰਕੇ ਜਨਰੇਟ ਕੀਤੀ ਹੈ ਵਾਈਲ ਨੋਟ ਟੇਕਿੰਗ Now next topic is
ਟੈਕਨੀਕਸ ਆਫ ਨੋਟ ਟੇਕਿੰਗ, ਕਿ ਜਦ ਅਸੀਂ ਨੋਟ ਟੇਕਿੰਗ ਕਰ ਰਹੇ ਹਾਂ ਤੇ ਨੋਟ ਟੇਕਿੰਗ ਕਰਦੇ ਹੋਏ ਅਸੀਂ ਕਿਹੜੀ ਟੈਕਨੀਕਸ ਨੂੰ ਅਪਣਾ ਸਕਦੇ ਹਾਂ। effective note taking from lectures and reading is an essential skill, ठीक है, कि स्टूडेंट्स ਲਈ ਲੈਕਚਰ ਨੂੰ ਸੁਣ ਕੇ ਜਾਂ ਪੜ੍ਹ ਕੇ ਵਧੀਆ ਨੋਟਸ ਬਣਾਉਣਾ ਬਹੁਤ ਹੀ ਇੰਪੋਰਟੈਂਟ ਹੈ। ਬਿਕੋਜ਼ ਨੋਟ ਟੇਕਿੰਗ ਦੇ ਨਾਲ ਕੀ ਹੁੰਦਾ ਆ, ਅਸੀਂ ਜੋ ਵੀ ਟੌਪਿਕ ਪੜ੍ਹਿਆ ਆ ਉਹਦਾ ਇੱਕ ਪਰਮਨੈਂਟ ਰਿਕਾਰਡ ਬਣ ਜਾਂਦਾ ਆ। ਜੋ ਵੀ ਅਸੀਂ ਰਜਿਸਟਰ ਮੇਨਟੇਨ ਕੀਤਾ ਹੈ, ਨੋਟਸ ਮੇਨਟੇਨ ਕੀਤੇ ਹੈ, ਉਹਦੇ 'ਚ ਜੋ ਵੀ ਰੈਲੇਵੈਂਟ ਪੁਆਇੰਟਸ ਨੇ ਰਿਲੇਟਡ ਟੂ ਦ ਟੌਪਿਕ, ਇੰਪੋਰਟੈਂਟ ਪੁਆਇੰਟਸ ਨੇ, ਉਹਨਾਂ ਨੂੰ ਅਸੀਂ ਲਿਖ ਲੈਂਦੇ ਹਾਂ। ਜਦ ਅਸੀਂ ਸੁਣਦੇ ਹਾਂ, ਬਹੁਤ ਧਿਆਨ ਨਾਲ ਸੁਣਦੇ ਹਾਂ, ਤੇ ਉਹ ਇਨਫੋਰਮੇਸ਼ਨ ਸਾਡੇ ਮਾਈਂਡ 'ਚ ਜ਼ਿਆਦਾ ਟਾਈਮਲੀ ਰਿਟੇਨ ਰਹਿੰਦੀ ਹੈ। Good note taking also helps to distinguish where your ideas come from and how we think about those ideas. देखो जब ਅਸੀਂ ਧਿਆਨ ਨਾਲ ਲਿਸਨ ਕਰ ਰਹੇ ਹਾਂ ਨਾ ਕਿਸੇ ਨੂੰ, ਜਾਂ ਫਿਰ ਧਿਆਨ ਨਾਲ ਬੁੱਕ ਰੀਡਿੰਗ ਕਰ ਰਹੇ ਹਾਂ, ਤੇ ਸਾਡੇ ਕੋਲ ਜਿਹੜੀ ਪ੍ਰੀਵੀਅਸ ਇਨਫੋਰਮੇਸ਼ਨ ਹੁੰਦੀ ਹੈ, ਜਿਹੜੀ ਪ੍ਰਾਇਰ ਨੌਲੇਜ ਹੁੰਦੀ ਹੈ ਜਾਂ ਪ੍ਰਾਇਰ ਇਨਫੋਰਮੇਸ਼ਨ ਹੁੰਦੀ ਹੈ, ਉਹਨੂੰ ਅਸੀਂ ਆਪਣੀ ਨਵੀਂ ਨੌਲੇਜ ਦੇ ਨਾਲ ਰਿਲੇਟ ਕਰਦੇ ਹਾਂ, ਠੀਕ ਹੈ। ਤੇ ਜਦ ਜੋ ਸਾਡੇ ਕੋਲ ਪੁਰਾਣੀ ਨੌਲੇਜ ਹੈ ਤੇ ਜਿਹੜੀ ਨਵੀਂ ਨੌਲੇਜ ਅਸੀਂ ਗੇਨ ਕਰ ਰਹੇ ਹਾਂ ਥਰੂ ਲਿਸਨਿੰਗ ਜਾਂ ਫਿਰ ਥਰੂ ਰੀਡਿੰਗ, ਜਦ ਉਹਨਾਂ ਨੂੰ ਅਸੀਂ ਮਿਕਸ ਕਰਦੇ ਹਾਂ, ਠੀਕ ਹੈ, ਆਪਸ 'ਚ ਰਿਲੇਟ ਕਰਦੇ ਹਾਂ, ਤੇ ਸਾਡੇ ਕੋਲ ਨਵੇਂ ਆਈਡੀਆਜ਼ ਆਉਂਦੇ ਹੈ, ਤੇ ਉਹ ਆਈਡੀਆਜ਼ ਬਾਰੇ ਅਸੀਂ ਸੋਚਦੇ ਹਾਂ ਕਿ ਅਸੀਂ ਉਹ ਆਈਡੀਆਜ਼ ਨੂੰ ਕਿੱਦਾਂ ਇੰਪਲੀਮੈਂਟ ਕਰਦੇ ਹਾਂ ਕਰਾਂਗੇ, ਠੀਕ ਹੈ। ਜਦ ਅਸੀਂ ਇਫੈਕਟਿਵ ਨੋਟ ਟੇਕਿੰਗ ਕਰ ਰਹੇ ਹਾਂ, ਇਫੈਕਟਿਵ ਨੋਟ ਟੇਕਿੰਗ ਦੇ ਲਈ ਕੀ ਇੰਪੋਰਟੈਂਟ ਹੈ ਕਿ ਅਸੀਂ ਰਿਕਗਨਾਈਜ਼ ਕਰੀਏ ਮੇਨ ਆਈਡੀਆਜ਼ ਨੂੰ, ਕਿ ਮੇਨ ਆਈਡੀਆਜ਼ ਕੀ ਨੇ ਸਾਡੇ ਟੌਪਿਕ ਦੇ, ਆਇਡੈਂਟੀਫਾਈ ਕਰੀਏ ਕਿ ਇਹ ਜਿਹੜਾ ਟੌਪਿਕ ਅਸੀਂ ਪੜ੍ਹ ਰਹੇ ਹਾਂ ਇਹਦੇ 'ਚ ਕਿਹੜੀ ਇਨਫੋਰਮੇਸ਼ਨ ਰੈਲੀਵੈਂਟ ਹੈ ਤੇ ਕਿਹੜੀ ਇਨਫੋਰਮੇਸ਼ਨ ਇਰਰੈਲੀਵੈਂਟ ਹੈ, ਠੀਕ ਹੈ। ਜਿਹੜੀ ਇਨਫੋਰਮੇਸ਼ਨ ਇਰਰੈਲੀਵੈਂਟ ਹੈ ਉਹਨੂੰ ਡਿਲੀਟ ਕਰ ਦਈਏ, ਉਹਨੂੰ ਨਲ ਐਂਡ ਵੋਇਡ ਕਰ ਦਈਏ, ਠੀਕ ਹੈ, ਉਹਨੂੰ ਅਸੀਂ ਯੂਜ਼ ਨਾ ਕਰੀਏ, ਤੇ ਜਿਹੜੀ ਇਨਫੋਰਮੇਸ਼ਨ ਇੰਪੋਰਟੈਂਟ ਹੈ, ਰੈਲੀਵੈਂਟ ਹੈ ਫॉर द ਟੌਪਿਕ, ਸਿਰਫ ਉਹਨੂੰ ਹੀ ਅਸੀਂ ਨੋਟ ਡਾਊਨ ਕਰੀਏ। Having a system of note taking that works for you, ठीक है। note taking ਕਰਨ ਦੀ different strategies ਹੁੰਦੀਆਂ ਨੇ, ਤੁਸੀਂ ਆਪਣੇ ਅਨੁਸਾਰ ਇਹ ਦੇਖਣਾ ਆ ਕਿ ਤੁਹਾਡੇ ਲਈ note taking ਕਿਸ ਤਰ੍ਹਾਂ ਕੰਮ ਕਰਦੀ ਹੈ, ਠੀਕ ਹੈ। ਜਿੱਦਾਂ ਜਦ ਮੈਂ note taking ਕਰਦੀ ਹਾਂ, ਜੇ ਮੈਂ ਕਿਸੇ ਨੂੰ listen ਕਰ ਰਹੀ ਹਾਂ, I write short points, ਠੀਕ ਹੈ। ਜੇ ਕੋਈ short point difficult ਹੁੰਦਾ ਆ, for that short point I also write explanation, ठीक है, कि मैं ਉਹਨੂੰ ਹੈਡਿੰਗ ਬਣਾ ਕੇ ਉਹਦੀ ਐਕਸਪਲੇਨੇਸ਼ਨ ਨਾਲ ਆਪਣੀ ਇੱਕ ਲਾਈਨ 'ਚ ਜ਼ਰੂਰ ਲਿਖਦੀ ਹਾਂ, ਤਾਂ ਕਿ ਉਹ ਟੌਪਿਕ ਮੈਨੂੰ ਜਦ ਮੈਂ ਦੁਬਾਰਾ ਰੀਵਿਜ਼ਿਟ ਕਰਾਂ, ਜੇ ਉਹ ਟੌਪਿਕ ਜਾਂ ਹੈਡਿੰਗ ਡਿਫਿਕਲਟ ਹੈ ਤੇ ਮੈਨੂੰ ਈਜ਼ਲੀ ਸਮਝ ਆ ਜਾਵੇ, ਉਹਨੂੰ ਮੈਂ ਆਪਣੀ ਲੈਂਗੁਏਜ 'ਚ ਜਦ ਲਿਖਿਆ ਹੋਇਆ ਆ, ਜਦ ਮੈਂ ਉਹਨੂੰ ਪੜੂੰਗੀ ਤੇ ਮੈਨੂੰ ਉਹ ਟੌਪਿਕ ਸਮਝ ਆ ਜਾਵੇਗਾ। Reducing the information to note and diagram format, ਕਿ ਜੋ ਵੀ ਇਨਫੋਰਮੇਸ਼ਨ ਅਸੀਂ ਨੋਟ ਕਰ ਰਹੇ ਹਾਂ ਉਹ ਬਹੁਤ ਸ਼ਾਰਟ ਐਂਡ ਕ੍ਰਿਸਪ ਹੋਣੀ ਚਾਹੀਦੀ ਹੈ, ਮਤਲਬ ਲੰਬੇ ਲਾਈਨਸ ਜਾਂ ਲੰਬੇ ਪੇजेस ਨਹੀਂ ਲਿਖਣੇ ਅਸੀਂ ਨੋਟ ਟੇਕਿੰਗ ਕਰਦੇ ਹੋਏ। ਅਸੀਂ ਕੀ ਕਰਨੀ, ਜਿਹੜੀ ਸ਼ਾਰਟ ਇਨਫੋਰਮੇਸ਼ਨ ਹੈ ਉਹਨੂੰ ਨੋਟ ਕਰਨਾ ਆ, ਤੇ ਅਸੀਂ ਇਹ ਕੋਸ਼ਿਸ਼ ਕਰ ਸਕਦੇ ਹਾਂ ਕਿ ਜਿਹੜੀ ਵੀ ਇਨਫੋਰਮੇਸ਼ਨ ਹੈ ਉਹ ਡਾਇਗ੍ਰਾਮ ਫਾਰਮੈਟ 'ਚ ਅਸੀਂ ਰਿਪਰੈਜ਼ੈਂਟ ਕਰੀਏ। Putting the information in your own words, ठीक है। इत्थे सब तो ज़्यादा important ये है कि जब भी तुसी notes बना रहे हो या notes ले रहे हो from a lectures or reading, ते की करना चाहिए आ, जो भी information हैगी है उन्हों असी अपने words च लिखिए। जब असी information नू अपने words च लिखते हैं ते वो simple हुंदी है, concise हुंदी है and easy to understand हुंदी है। Recording the source of information, ਇਨਫੋਰਮੇਸ਼ਨ ਤਾਂ ਅਸੀਂ ਕਲੈਕਟ ਕਰ ਲਈ, ਠੀਕ ਹੈ, ਬਟ ਉਸ ਤੋਂ ਬਾਅਦ ਇਹ ਵੀ ਰਿਕਾਰਡ ਕਰਨਾ ਬਹੁਤ ਜ਼ਰੂਰੀ ਹੈ ਕਿ ਇਹ ਇਨਫੋਰਮੇਸ਼ਨ ਮੈਂ ਕਿੱਥੋਂ ਕਲੈਕਟ ਕੀਤੀ ਹੈ। ਕਿਸੇ ਬੁੱਕ ਤੋਂ ਕਲੈਕਟ ਕਰ ਰਹੀ ਹਾਂ, ਕਿਸੇ ਜਰਨਲ ਤੋਂ ਕਲੈਕਟ ਕਰ ਰਹੀ ਹਾਂ, ਨਿਊਜ਼ਪੇਪਰ ਤੋਂ ਇਨਫੋਰਮੇਸ਼ਨ ਮੈਨੂੰ ਮਿਲੀ ਹੈ, ਕਿਸੇ ਵੈਬਸਾਈਟ ਤੋਂ ਜੇ ਕਲੈਕਟ ਕੀਤੀ ਤੇ ਵੈਬਸਾਈਟ ਦਾ ਐਡਰੈਸ ਕੀ ਹੈ, ਕਿ ਸੋਰਸ ਆਫ ਇਨਫੋਰਮੇਸ਼ਨ ਲਿਖਣਾ ਵੀ ਬਹੁਤ ਜ਼ਰੂਰੀ ਹੈ, ਤਾਂ ਕਿ ਜਦ ਮੈਂ ਉਸ ਇਨਫੋਰਮੇਸ਼ਨ ਨੂੰ ਦੁਬਾਰਾ ਰੀਯੂਜ਼ ਕਰਨਾ ਹੋਵੇ ਤੇ ਮੈਂ ਉਹਦੇ ਸੋਰਸ ਤੇ ਜਾ ਕੇ ਉਹਨੂੰ ਚੈੱਕ ਕਰ ਸਕਦੀ ਹਾਂ, ਤੇ ਸੋਰਸ ਮੈਂ ਉਦੋਂ ਹੀ ਚੈੱਕ ਕਰ ਸਕਦੀ ਹਾਂ ਜਦ ਮੈਂ ਸੋਰਸ ਨੂੰ ਰਿਕਾਰਡ ਕੀਤਾ ਹੋਵੇਗਾ। दूसरी चीज इत्थे ये है कि जब असी रिसर्च वर्क करते हैं ना, रिसर्च वर्क जिहड़ा हैगा आ वो जेन्युइन होना चाहिए है, ठीक है। उहदे चो कॉपीराइट हुंदे है कि किसे दा कीता होया काम, मतलब जे किसी रिसर्चर ए ने कोई काम कीता आ ते ओहदा कीता होया काम मैं अपने नाम ते कोट नहीं कर सकती हैगी, ठीक है। जे मैं ओहदे काम नू अपने